ਇੱਕ ਬਹੁਤ ਹੀ ਇਮਾਨਦਾਰ ਅਤੇ ਸੱਚੀ ਸੁੱਚੀ ਸ਼ਖਸੀਅਤ ਦੇ ਮਾਲਕ ਮਾਸਟਰ ਗੁਰਮੇਲ ਸਿੰਘ ਚੀਮਾ ਪਿਛਲੇ ਦਿਨੀ ਆਪਣੇ ਸਵਾਸਾਂ ਦੀ ਪੂੰਜੀ ਨੂੰ ਖਰਚਦੇ ਹੋਏ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ। ਸਰਦਾਰ ਗੁਰਮੇਲ ਸਿੰਘ ਚੀਮਾ ਜੀ ਦਾ ਜਨਮ ਪਿਤਾ ਸਰਦਾਰ ਕਪੂਰ ਸਿੰਘ ਹੁਣਾਂ ਦੇ ਘਰ ਮਾਤਾ ਇੰਦਰ ਕੌਰ ਹੁਣਾਂ ਦੀ ਕੁੱਖੋਂ 17 ਜਨਵਰੀ 1948 ਨੂੰ ਪਿੰਡ ਕਰੌਦੀਆਂ ਵਿਖੇ ਹੋਇਆ। ਆਪ ਜੀ ਬਚਪਨ ਤੋਂ ਹੀ ਬਹੁਤ ਹੀ ਹੋਣਹਾਰ ਪ੍ਰਤਿਭਾ ਦੇ ਮਾਲਕ, ਸੁਗੜ ਅਤੇ ਸਿਆਣੇ ਸਨ। 10ਵੀਂ ਤੱਕ ਦੀ ਪੜ੍ਹਾਈ ਆਪ ਜੀ ਨੇ ਸਨ 1964 ਵਿੱਚ ਸਰਕਾਰੀ ਹਾਈ ਸਕੂਲ ਪਾਇਲ ਤੋਂ ਕੀਤੀ। ਉਪਰੰਤ ਆਪ ਜੀ ਨੇ ਆਰਟ ਐਂਡ ਕਰਾਫਟ ਦਾ ਡਿਪਲੋਮਾ ਸਨ 1966 ਵਿੱਚ ਨਾਭਾ ਤੋਂ ਕੀਤਾ ਅਤੇ 1972 ਵਿੱਚ ਆਪ ਜੀ ਸਰਕਾਰੀ ਸੇਵਾ ਵਿੱਚ ਆ ਗਏ ਅਤੇ ਆਪ ਜੀ ਨੇ ਆਪਣੀ ਨੌਕਰੀ ਦੀ ਸ਼ੁਰੂਆਤ ਸਰਕਾਰੀ ਹਾਈ ਸਕੂਲ ਮਾਨੂਪੁਰ ਤੋਂ ਕੀਤੀ। ਆਪ ਜੀ ਨੇ ਆਪਣੀ ਨੌਕਰੀ ਨੂੰ ਬਹੁਤ ਹੀ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਕੀਤਾ। ਆਪ ਜੀ ਦਾ ਵਿਆਹ ਸਨ 1968 ਵਿੱਚ ਸਰਦਾਰਨੀ ਸੁਖਵਿੰਦਰ ਕੌਰ ਹੁਣਾਂ ਨਾਲ ਹੋਇਆ। ਵਿਆਹ ਉਪਰੰਤ ਆਪ ਜੀ ਨੇ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਬਖੂਬੀ ਨਿਭਾਇਆ। ਆਪ ਜੀ ਦੇ ਘਰ 2 ਬੇਟੀਆਂ ਰਜਵੰਤ ਕੌਰ ਅਤੇ ਪਰਮਜੀਤ ਕੌਰ ਅਤੇ ਬੇਟੇ ਜਸਵੰਤ ਸਿੰਘ ਚੀਮਾ ਨੇ ਜਨਮ ਲਿਆ। ਆਪ ਜੀ ਨੇ ਆਪਣੇ ਬੱਚਿਆਂ ਨੂੰ ਖੂਬ ਚੰਗੇ ਸੰਸਕਾਰ ਦਿੱਤੇ, ਪੜਾਇਆ ਲਿਖਾਇਆ ਅਤੇ ਸਮਾਜ ਦੇ ਚੰਗੇ ਨਾਗਰਿਕ ਬਣਾਇਆ। ਅੱਜ ਆਪ ਜੀ ਦੇ ਬੇਟੇ ਜਸਵੰਤ ਸਿੰਘ ਚੀਮਾ ਆਪਣੇ ਪਿਤਾ ਜੀ ਦੇ ਨਕਸ਼ੇ ਕਦਮਾਂ ਤੇ ਚੱਲਦਿਆਂ ਸਮਾਜ ਵਿੱਚ ਨਾਮਣਾ ਖੱਟ ਰਹੇ ਹਨ ਅਤੇ ਆਪ ਜੀ ਦੀ ਬੇਟੀ ਪਰਮਜੀਤ ਕੌਰ USA ਵਿਖੇ ਆਪਣੇ ਪਿਤਾ ਜੀ ਦੇ ਨਾਮ ਨੂੰ ਉੱਚਿਆਂ ਚੁੱਕ ਰਹੀ ਹੈ ਅਤੇ ਆਪ ਜੀ ਦੀ ਬੇਟੀ ਰਜਵੰਤ ਕੌਰ ਆਪਣੇ ਸਹੁਰੇ ਘਰ ਸੁਖੀ ਵਿਆਹਤਾ ਜੀਵਨ ਬਤੀਤ ਕਰ ਰਹੀ ਹੈ। ਮਾਸਟਰ ਗੁਰਮੇਲ ਸਿੰਘ ਜੀ ਪਰਮਾਤਮਾ ਦੇ ਘਰ ਪ੍ਰਤੀ ਸੱਚੇ ਸ਼ਰਧਾਵਾਨ ਸਨ। ਮਾਸਟਰ ਗੁਰਮੇਲ ਸਿੰਘ ਜੀ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਆਪ ਜੀ ਦੇ ਜਵਾਈ ਸਰਦਾਰ ਜਸਜੀਤ ਸਿੰਘ ਮੰਡੇਰ ਆਪ ਜੀ ਨੂੰ ਸਦੀਵੀ ਵਿਛੋੜਾ ਦੇ ਗਏ, ਪਰ ਫਿਰ ਵੀ ਆਪ ਜੀ ਨੇ ਹਿੰਮਤ ਨਾ ਹਾਰੀ ਅਤੇ ਪਰਮਾਤਮਾ ਦਾ ਭਾਣਾ ਮੰਨਦੇ ਹੋਏ ਇਹ ਸਭ ਕੁਝ ਸਵੀਕਾਰ ਕੀਤਾ। ਆਪ ਜੀ ਸਨ 2006 ਵਿੱਚ ਸੇਵਾ ਮੁਕਤ ਹੋਏ ਅਤੇ 2008 ਵਿੱਚ ਆਪਣੀ ਬੇਟੀ ਕੋ ਅਮਰੀਕਾ ਚਲੇ ਗਏ। ਮਾਸਟਰ ਜੀ ਬਹੁਤ ਹੀ ਮਿੱਠੀ ਬੋਲੀ ਦੇ ਮਾਲਕ ਸਨ ਅਤੇ ਆਪਣੀ ਮਿੱਠੀ ਬੋਲੀ ਨਾਲ ਹਰ ਇੱਕ ਨੂੰ ਆਪਣੀ ਤਰਫ ਖਿੱਚ ਲੈਂਦੇ ਸਨ। ਉਹਨਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ, ਜਿਨ੍ਹਾਂ ਵਿੱਚ ਸਰਦਾਰਨੀ ਸੁਖਵਿੰਦਰ ਕੌਰ, ਰਜਵੰਤ ਕੌਰ, ਜਸਵੰਤ ਸਿੰਘ ਚੀਮਾ, ਪਰਮਜੀਤ ਕੌਰ, ਦਵਿੰਦਰ ਸਿੰਘ ਗਰੇਵਾਲ, ਅਮਰਪਾਲ ਸਿੰਘ ਚਹਿਲ, ਸਰਦਾਰ ਬਲਵਿੰਦਰ ਸਿੰਘ ਸਿਆੜ, ਸਰਪੰਚ ਸਰਦਾਰ ਕਮਲ ਪ੍ਰਭਜੋਤ ਕੌਰ, ਦਲਜੀਤ ਸਿੰਘ ਪੰਦੇਰ ਕੈਨੇਡਾ, ਕਿਰਨਜੀਤ ਕੌਰ, ਜਸਵੀਰ ਸਿੰਘ ਚੀਮਾ, ਸਰਦਾਰ ਭਗਵੰਤ ਸਿੰਘ ਪੰਦੇਰ, ਸਤਵੀਰ ਸਿੰਘ ਗਰੇਵਾਲ,
जयवीर सिंह मंडेर, गुरनरप्रीत कौर, रमनप्रीत कौर, चेयरमैन सरदार गुरदेव सिंह, डॉक्टर गुलजार सिंह मलेरकोटला ਅਤੇ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਗੁਰਦੁਆਰਾ ਸਾਹਿਬ ਪਿੰਡ ਕਰੌਦੀਆਂ ਨੇੜੇ ਈਸੜੂ ਲੁਧਿਆਣਾ ਵਿਖੇ ਕਰਵਾਇਆ ਗਿਆ, ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਆਈਆਂ ਹੋਈਆਂ ਸਮੂਹ ਸੰਗਤਾਂ ਨੂੰ ਉਸ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ। ਆਪ ਜੀ ਦੇ ਸ਼ਰਧਾਂਜਲੀ ਸਮਾਗਮ ਦੇ ਮੌਕੇ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਤੋਂ ਇਲਾਵਾ ਐਮਐਲਏ ਪਾਇਲ, ਸਰਦਾਰ ਲਖਬੀਰ ਸਿੰਘ ਲੱਖਾ ਅਤੇ ਸੁਖਵਿੰਦਰ ਸਿੰਘ ਚੀਮਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
समझाते हैं कि अगली किछ खबर ना पाई, रोन हार गई सधाई। कि जदों मनुख मरता है आपां सारे रोने हैं, पर आपां नूं ये नहीं पता कि जदों ये शरीर मरता है कि अगे इस शरीर ने कित्थे जाना है, अगे इस नाल की बीतनी है। क्योंकि साडा भी एक दिन समा आना है, असीं भी इस दुनिया को छड्ड के चले जाना है। मनुख कहते भरम मोह के बांधे बन, सुंदर भया पकड़ाए। मनुख भरमां दे विच फस के इस अपने जीवन को विसार रहा है, जीवन मान नहीं रहा। ये देह का शरीर का सतगुरु जी कहते की भरोसा किया जा सकता है, कदों उस अकाल पुरख का सदा पत्थर आ जाना है। तू देरी ना कर, नाम जपया कर। मैं बारक मैं जोबन मैं मिर्दी कशबंद, ओ वीरा मैं बुझिए जो आए पर जम फंद। कहते जिहड़े मौत का राह है, मौत के राह दे विच कोई भी रुकावट नहीं पा सकता। जदों मौत ने आना है, जिहदा सदा पुत्र आ जाना है, उसनों जाना ही पैंदा है। इसलिए सतगुरु जी कहते ने कि जैसा परमात्मा का हुक्म है, हुक्म आ जाता है, सदा पुत्र आ जाता है, जीव नूं जाना ही पैंदा है। ठीक किथे तेरे मापे आ, जिनी पूंजने होए तै पासों लग गए, अजय ना पत्ती नहीं हो गए। कहते अजे भी तेनू यकीन नहीं आया, तेरे लाड लडाउण वाले मापे अते दाते पड़दाते संसार तो चले गए। किथे तेरे मापे हैं, जिनी पूंजने होए, जिन्हां ने तेनू जन्म दिता वो भी चले गए। इसलिए सतगुरु जी कहते जिहड़ी मौत है वो उम्र नहीं वेखदी, न बारक न जोबन न गिरती कश बंद। कहते मौत नूं कोई भी रोक नहीं सकता, भावें वो बचपन दे विच आ जावे, भावें जवानी दे विच आ जावे, भावें बुढ़ेपे दे विच आ जावे। मौत ने जदों आना है आ ही जाना है। वो बेरा ने बुझी है जो आए पर जाम फंद। सतगुरु जी कहते वो बेड़ा जिहड़ा है वो समा जानिया नहीं जा सकता कि कदों मौत की फाही तेरे उत्ते आ पैनी है। इसलिए तेनू मनुखा जीवन मिलिया, इस नूं सवारन वास्ते सतगुरु जी कहते पूरे गुरां दे चरनी लग सेवा कर, ते ओ बेरा न बुझिए जो आए पर जमा दी फारी। जदों पै जाती है वो पता नहीं लगता। ज्ञानी ध्यानी चतुर पेख रहन नहीं के ठाए, शाड़ शाड़ सगली गए मूड़ कहाँ लपटाए। इस संसार पे सतगुरु जी कहते ज्ञानवान भी आए, ज्ञानी आए, चतुर अपने आप को चतुर कहने वाले भी आए, वृत्तियां लाने वाले भी आए। ज्ञानी ध्यानी चतुर पेख रहन नहीं के ठाए। कहते कोई भी इस संसार से सदा नहीं रहा, आपो अपनी वारी अनुसार सारे चले जाते हैं। राणा राव ना को रहे, रंग ना तोंग फकीर, वारी आपो अपनी कोई ना बंदे थी। भावे राजा भावे गरीब भावे फकीर, सतगुरु जी कहते आपो अपनी वारी अनुसार सारे संसार को चले जाते हैं। ज्ञानी ध्यानी चतुर पेख रहन नहीं ये ठाए। कहते कोई भी ये संसार से नहीं रहा, शाड़ शाड़ सगली गई मूड़ कहाँ लपटा है। अगे सतगुरु जी कहते जिन्हों ने पूरे सतगुरु तो ज्ञान नहीं लिया, गुरबाणी पढ़ के ज्ञानवान नहीं बने,
ਉਹ ਝੂਠੀ ਮਾਇਆ ਨੂੰ ਚਿੰਬੜਦੇ ਹਨ, ਲਾਲਚ ਕਰਦੇ ਹਨ। ਲਾਲਚ ਲਾਗੇ ਜਨਮ ਗਵਾਇਆ, ਮਾਇਆ ਭਰਮ ਭੁਲਾਵੇਗਾ। ਛਾੜ ਛਾੜ ਸਗਲੀ ਗਈ, ਮੂੜ ਕਹਾਂ ਲਪਟਾਏ। ਕਹਿੰਦੇ ਉਹਨਾਂ ਨੂੰ ਸਮਝ ਨਹੀਂ ਆਈ ਕਿ ਜਿਹੜੀ ਮਾਇਆ ਦੀ ਖਾਤਰ ਮੈਂ ਭਲਿਆ ਫਿਰਦਾ ਹਾਂ, ਜਿਹੜੀ ਦਾਤਾਂ ਦੀ ਖਾਤਰ ਮੈਂ ਭਲਿਆ ਫਿਰਦਾ ਹਾਂ, ਉਹ ਮੇਤੋਂ ਅੱਗੇ ਜਿਹੜੇ ਸੰਸਾਰ ਤੋਂ ਚਲੇ ਗਏ ਉਹ ਕੀ ਲੈ ਗਏ? ਖਾਲੀ ਹੱਥ ਗਏ। ਨਾਗੇ ਆਵਣ ਨਾਗੇ ਜਾਣਾ, ਕੋਏ ਨਾ ਰਹਿ ਰਾਜਾ ਰਾਣਾ। ਵੀਰ ਗਰਭ ਨਾ ਕੀਜੀਏ, ਉੱਚਾ ਦੀ ਆਵਾਜ਼। ਆਦਿ ਬਾਤ ਹੋਏ ਲੇਟਣਾ, ਉੱਪਰ ਜਾਮੇ ਘਾਸ। ਇਹ ਸਰੀਰ ਜਦੋਂ ਮ੍ਰਿਤੂ ਹੋ ਜਾਂਦਾ ਹੈ, ਸੁਭਾਅ ਬਣ ਜਾਂਦੀ ਹੈ, ਉੱਤੇ ਘਾਹ ਜੰਮ ਜਾਂਦਾ ਹੈ। ਇਉਂ ਸਤਿਗੁਰੂ ਜੀ ਗੁਰਬਾਣੀ ਅੰਦਰ ਸਮਝਾਉਂਦੇ ਹਨ, ਛਾੜ ਛਾੜ ਸਗਲੀ ਗਈ, ਮੂੜ ਕਹਾਂ ਲਪਟਾਏ। ਕਹਿੰਦੇ ਜਿਹੜਾ ਜੀਵ ਲਾਲਚਾਂ ਦੇ ਪਿੱਛੇ ਹੀ ਲੱਗਿਆ ਹੈ ਅਤੇ ਦਾਤੇ ਨੂੰ ਭੁੱਲਿਆ ਫਿਰਦਾ ਹੈ। ਦਾਤ ਪਿਆਰੀ ਵਿਸਰਿਆ ਦਾਤਾਰਾ, ਜਾਣੈ ਨਾਹੀ ਮਰਮ ਵਿਚਾਰਾ। ਦਾਤਾਂ ਨੂੰ ਪਿਆਰੀਆਂ ਜਾਣ ਕੇ ਉਹ ਦਾਤੇ ਨੂੰ, ਆਪਣੇ ਮਾਲਕ ਨੂੰ, ਜਿਹਨੇ ਜਨਮ ਦਿੱਤਾ, ਜਿਹਨੇ ਇਸ ਸੰਸਾਰ ਤੇ ਭੇਜਿਆ, ਭੁੱਲਿਆ ਫਿਰਦਾ ਹੈ। ਸਤਿਗੁਰੂ ਜੀ ਉਹਨੂੰ ਮੂਰਖ ਆਖਦੇ। ਉਹ ਮੂਰਖ ਉਸ ਨੂੰ ਚਿੰਬੜਦਾ ਹੈ, ਦਾਤਾਂ ਮਾਇਆ ਨੂੰ, ਜਿਸ ਨੂੰ ਹਰ ਕੋਈ ਪਿੱਛੇ ਛੱਡ ਕੇ ਤੁਰ ਗਿਆ ਹੈ। ਗੁਰ ਪ੍ਰਸਾਦ ਸਿਮਰਤ ਰਹਿ, ਜਾਹੂ ਮਸਤਕ ਭਾਗ। ਨਾਨਕ ਆਏ ਸਤਿ ਤੇ, ਜਾਂ ਤੂੰ ਰਹਿ ਸੁਹਾਗ। ਅਗੇ ਸਤਿਗੁਰੂ ਜੀ ਕਹਿੰਦੇ ਜਿਸ ਦੇ ਚੰਗੇ ਕਰਮ ਨੇ, ਜਿਸ ਦੇ ਭਾਗ ਚੰਗੇ ਨੇ, ਉਹ ਗੁਰਾਂ ਦੀ ਦਇਆ ਦੁਆਰਾ, ਗੁਰਾਂ ਦੀ ਕਿਰਪਾ ਦੁਆਰਾ ਰੱਬ ਦਾ, ਪਰਮਾਤਮਾ ਦਾ ਸਿਮਰਨ ਕਰਦਾ ਹੈ, ਨਾਮ ਜਪਦਾ ਹੈ। ਗੁਰ ਪ੍ਰਸਾਦ, ਪ੍ਰਸਾਦ ਦਾ ਮਤਲਬ ਕਿਰਪਾ, ਮਿਹਰ ਦਇਆ, ਗੁਰੂ ਦੀ ਕਿਰਪਾ ਜਿੱਤੇ ਹੋਵੇ। ਸਿਮਰਤ ਰਹਿ ਜਾਹੂ ਮਸਤਕ ਭਾਗ। ਉਹ ਸਿਮਰਦੇ ਨੇ, ਉਹ ਸਿਮਰਨ ਕਰਦੇ ਨੇ ਪਰਮਾਤਮਾ ਦਾ। ਨਾਨਕ ਆਏ ਸਬਦ ਤੇ, ਜਾਂ ਕੋ ਰਹਿ ਸੁਹਾਗ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੂੰ ਪਿਆਰੇ ਪ੍ਰਭੂ ਪਰਮਾਤਮਾ ਨਸੀਬ ਹੋ ਗਿਆ, ਉਹਨਾਂ ਦਾ ਹੀ ਜਗਤ ਵਿੱਚ ਆਉਣਾ ਸਫਲ ਹੋ ਜਾਂਦਾ ਹੈ। ਉਹ ਆਏ ਪਰਵਾਨ ਹੋ ਜਾਂਦੇ ਨੇ। ਕਹਿ ਨਾਨਕ ਇਹ ਸਰੀਰ ਪਰਵਾਨ ਹੁਆ, ਜਿਨ ਸਤਿਗੁਰ ਸਿਉ ਚਿਤ ਲਾਇਆ। ਉਹਨਾਂ ਦਾ ਉਹਨਾਂ ਪ੍ਰਵਾਨ ਹੋ ਜਾਂਦਾ ਹੈ। ਉਹ ਆਪਣੇ ਜੀਵਨ ਨੂੰ ਸਫਲ ਕਰ ਲੈਂਦੇ ਨੇ, ਜਿਹੜੇ ਇਸ ਸਰੀਰ ਦੇ ਵਿੱਚ ਆ ਕੇ, ਜਗ ਤੇ ਆ ਕੇ ਨਾਮ ਜਪਦੇ ਨੇ, ਸੇਵਾ ਸਿਮਰਨ ਕਰਦੇ ਨੇ। ਇਸ ਲਈ ਸਤਿਗੁਰੂ ਜੀ ਬਾਣੀ ਅੰਦਰ ਆਪਾਂ ਨੂੰ ਸਮਝਾਉਂਦੇ ਨੇ ਕਿ ਜੋ ਆਇਆ ਸੋ ਜਲ ਸੀ, ਸਭ ਕੋਈ ਆਏ ਬਾਰੀ। ਮਾਸਟਰ ਗੁਰਮੇਲ ਸਿੰਘ ਦਾਸ ਜੀ ਨੇ ਵੀ ਇੱਥੇ ਕਾਫੀ ਸਮਾਂ ਗੁਰੂ ਘਰ ਦੀ ਸੇਵਾ ਕੀਤੀ ਹੈ। ਅਸੀਂ ਛੋਟੇ ਛੋਟੇ ਹੁੰਦੇ ਸੀ ਜਦੋਂ ਮਾਸਟਰ ਗੁਰਮੇਲ ਸਿੰਘ ਜੀ ਟੀਚਰ ਦੀ ਡਿਊਟੀ ਕਰਦੇ ਸਨ। ਬਹੁਤ ਹੀ ਚੰਗੇ ਸੁਭਾਅ ਦੇ ਸਨ, ਮਿਲਦੇ ਹੁੰਦੇ ਸਨ। ਉਹਨਾਂ ਨੇ ਬਹੁਤ ਮਿਹਨਤ ਕੀਤੀ ਆਪਣੀ ਜ਼ਿੰਦਗੀ ਦੇ ਵਿੱਚ ਵਿਦਿਆ ਦੇ ਲਈ। ਜੋ ਵੀ ਮਾਸਟਰਾਂ ਤੋਂ ਮਨ ਲਾ ਕੇ, ਚਿੱਤ ਲਾ ਕੇ ਵਿਦਿਆ ਲੈਂਦਾ ਹੈ, ਪੜ੍ਹਾਈ ਕਰਦਾ ਹੈ, ਉਹ ਉੱਚੇ ਮਰਾਤਬੇ ਪ੍ਰਾਪਤ ਕਰਦਾ ਹੈ। ਕੋਈ ਵਕੀਲ ਬਣ ਜਾਂਦਾ ਹੈ, ਕੋਈ ਜੱਜ ਬਣ ਜਾਂਦਾ, ਕੋਈ ਵਿਦੇਸ਼ਾਂ ਵਿੱਚ ਜਾਂਦਾ। ਲੋੜ ਹੈ ਟੀਚਰਾਂ ਦਾ ਸਤਿਕਾਰ ਕਰਨਾ ਤੇ ਉਹਨਾਂ ਕੋਲੋਂ ਮਨ ਲਾ ਕੇ ਪੜ੍ਹਾਈ ਕਰਨੀ, ਵਿਦਿਆ ਲੈ। ਇਸ ਤਰ੍ਹਾਂ ਮਾਸਟਰ ਗੁਰਮੇਲ ਸਿੰਘ ਜੀ ਬੱਚਿਆਂ ਨੂੰ ਵਿਦਿਆ ਦਿੰਦੇ ਸਨ, ਦਾਨ ਕਰਦੇ ਸਨ। ਉਹਨਾਂ ਦੇ ਪੜ੍ਹਾਏ ਹੋਏ ਬੱਚਿਆਂ ਨੇ ਤਰੱਕੀਆਂ ਕੀਤੀਆਂ। ਸੋ ਸਤਿਗੁਰੂ ਜੀ ਕਿਰਪਾ ਕਰਨ, ਮਿਹਰ ਕਰਨ, ਉਹਨਾਂ ਦੀ ਆਤਮਾ ਨੂੰ ਆਪ ਦੇ ਚਰਨਾਂ ਵਿੱਚ ਨਿਵਾਸ ਬਖਸ਼ਣ। ਪਰਿਵਾਰ ਨੂੰ, ਰਿਸ਼ਤੇਦਾਰ ਸੰਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਸੋ ਹੋਈਆਂ ਤਮਾਮ ਭੁੱਲਾਂ ਦੀ ਖਿਮਾ ਮੈਂ ਇੱਕ ਬੇਨਤੀ ਸਤਿਗੁਰਾਂ ਦੇ ਆਪ ਜੀ ਦੇ ਚਰਨਾਂ ਵਿੱਚ ਕਰਦਾ ਹਾਂ ਕਿ ਜੋ ਦਾਸ ਦਾ ਛੋਟਾ ਭਰਾ ਭਾਈ ਆਤਰ ਸਿੰਘ ਜੀ,
उन्हें भी इस स्थान की बहुत सेवा की है। ग्रंथी हेड ग्रंथी संत भाई अतर सिंह जी जो महीना सवा महीना को बीमार चल रहे हैं ते PGI ਦੇ ਵਿੱਚ ਦਾਖਲ ਹਨ। ਖੱਟ ਕੇ ਡਿਊਟੀ ਕਰਦੇ ਹਨ। ਉੱਥੇ ਦੀ ਸੰਗਤ ਵੀ ਬੜਾ ਸਹਿਯੋਗ ਦੇ ਰਹੀ ਹੈ। ਹਰ ਰੋਜ਼ ਉੱਥੇ ਗੁਰੂ ਚਰਨਾਂ ਵਿੱਚ ਭਾਈ ਅਤਰ ਸਿੰਘ ਜੀ ਦੀ ਦੇਹ ਰੋਗਤਾ ਵਾਸਤੇ ਅਰਦਾਸ ਹੁੰਦੀ ਹੈ। ਅਸੀਂ ਵੀ ਹਰ ਰੋਜ਼ ਅਰਦਾਸ ਕਰਦੇ ਹਾਂ। ਮੈਂ ਸੰਗਤਾਂ ਨੂੰ ਵੀ ਬੇਨਤੀ ਕਰਦਾ ਕਿਉਂਕਿ ਇੱਥੇ ਉਸਨੇ ਰਹਿ ਕੇ ਆਪ ਜੀ ਦੇ ਭਲੇ ਵਾਸਤੇ ਨਗਰ ਦੇ ਭਲੇ ਵਾਸਤੇ ਹਜ਼ਾਰਾਂ ਦੀ ਅਰਦਾਸਾਂ ਕੀਤੀਆਂ ਨੇ। ਤੁਸੀਂ ਵੀ ਭਾਈ ਅਤਰ ਸਿੰਘ ਜੀ ਦੀ ਦੇਹ ਰੋਗਤਾ ਵਾਸਤੇ ਕੱਲ੍ਹ ਨੂੰ ਅੰਮ੍ਰਿਤ ਵੇਲੇ ਸਾਰੀ ਸੰਗਤ ਨੇ ਰਲ ਮਿਲ ਕੇ ਅਰਦਾਸ ਕਰਨੀ ਹੈ ਤਾਂ ਕਿ ਉਹ ਤੰਦਰੁਸਤ ਹੋ ਕੇ ਆਪਣੇ ਬੱਚਿਆਂ ਵਿੱਚ ਆ ਜਾਵੇ, ਪਰਿਵਾਰ ਵਿੱਚ ਆ ਜਾਵੇ। ਛੋਟੇ ਬੱਚੇ ਨੇ, ਸਾਥੋਂ ਬੜਾ ਛੋਟਾ ਹੈ। ਸੋ ਇਹ ਸੰਗਤਾਂ ਨੂੰ ਬੇਨਤੀ ਹੈ ਭਾਈ ਅੰਮ੍ਰਿਤ ਵੇਲੇ ਸਵੇਰੇ ਅਤਰ ਸਿੰਘ ਜੀ ਦੇ ਦੇਹ ਰੋਗਤਾ ਵਾਸਤੇ ਅਰਦਾਸ ਕਰਨੀ। ਹੋਈਆਂ ਤਮਾਮ ਭੁੱਲਾਂ ਦੀ ਖਿਮਾ, ਇੱਕ ਸ਼ਬਦ ਦੀ ਹਾਜ਼ਰੀ ਉਪਰੰਤ ਅਨੰਦ ਸਾਹਿਬ ਜੀ ਦੇ ਕੀਰਤਨ ਹੋਣਗੇ ਅਤੇ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੋਵੇਗੀ। आपकी बात बख्श बंदे को, आपकी बात बख्श बंदे को, बहुरना पाजल फेरा।
कला चित करतारिया पंच रूप दुर्वास जी के नाम कंठ मारिया पाया तद्दिन कौसी नाम हर के लागे के नानक जैस को आप कल्याण राजे काम शरणत पापी हो सकल मनोरथ पूरे आर्गन प्रभ पाया तेरे सकल रूप रोग संताप करे सोई सच्ची बाणी संग साजन से सबसे पूरे खुलते जान सुनते गुनीत कहते पवित्र सतगुर रहे और भरपूर बिनवंत नानक जय लागे काजे पवन गुरु वाणी पिता माता तरत महत देश रात बधाई गाया रे संग चली आइया भुरिया आइया आते करन दूर कर दिया को अपनी के रहते नाम पे आया प्रेम शब्द कार नानक के मुख नाम पे आया प्रेम शब्द कार नानक के मुख वाहिगुरु जी का खालसा वाहिगुरु जी की फतेह वाहिगुरु जी का खालसा वाहिगुरु जी की फतेह ਇਹ ਨਵਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੇ ਓਟ ਨਿਆਸਰਿਆਂ ਦੇ ਆਸਰੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀਆਂ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ 'ਚ ਨਿਮਰਤਾ ਸਹਿਤ ਅਰਦਾਸ ਬੇਨਤੀ ਜੋਦਰੀ ਪ੍ਰਾਰਥਨਾ ਕੀਤੀ ਜਾਂਦੀ ਹੈ। ਸਤਿਗੁਰੂ ਜੀ ਆਪ ਜੀਆਂ ਦੇ ਮਹਾਂਵਾਕ ਅਨੁਸਾਰ ਜਿਹੜਾ ਚੀਰੀ ਲਿਖਿਆ ਤੇ ਹੁਕਮ ਕਮਾਏ ਕੱਲੇ ਆਵੇ ਨਾਨਕਾ ਸਦੇ ਪੁੱਤ ਜਾਏ ਦੇ ਵਾਕ ਅਨੁਸਾਰ ਮਾਸਟਰ ਗੁਰਮੇਲ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਆਪ ਜੀਆਂ ਵੱਲੋਂ ਬਖਸ਼ੀ ਸਵਾਸਾਂ ਨੂੰ ਕੀ ਪੂਜੀ ਨੂੰ ਸੰਸਾਰ ਵਿੱਚ ਹੋ ਕੇ ਆਪ ਜੀਆਂ ਦੇ ਚਰਨਾਂ ਕਮਲਾਂ ਜਾ ਵੜਿਆ। ਉਹਨਾਂ ਦੀ ਆਤਮਾ ਦੀ ਸ਼ਾਂਤੀ ਵਾਸਤੇ ਸਾਰੇ ਪਰਿਵਾਰ ਨੇ ਉਦਮ ਉਪਰਾਲਾ ਕੀਤਾ ਆਪਣੇ ਗ੍ਰਹਿ ਵਿੱਚ ਇਹ ਰੋਜ਼ ਤੋਂ ਤੁਰਕੀ ਬਾਣੀ ਆਜ ਤੱਕ ਸਗਲੀ ਚਿੰਤ ਮਿਟਾਏ ਰੱਬੀ ਬਾਣੀ ਨੇ ਸ੍ਰੀ ਸਹਿਜ ਪਾਠ ਦਾ ਪ੍ਰਕਾਸ਼ ਕਰਵਾਏ ਜਿਨ੍ਹਾਂ ਦੇ ਅੰਮ੍ਰਿਤ ਵੇਲੇ ਭੋਗ ਪਾਏ ਚੁੱਕੇ ਨੇ। ਉਸ ਤੋਂ ਉਪਰੰਤ ਸਤਿਗੁਰੂ ਆਪ ਜੀਆਂ ਦੇ ਪਾਵਨ ਪਵਿੱਤਰ ਸਥਾਨਾਂ ਤੇ ਵਿਰਾਗਮਈ ਹਾਜੀ ਆਰਜਸ ਕੀਰਤਨ ਵਿਚਾਰ ਹੋਏ ਨੇ। ਪਾਵਨ ਪਵਿੱਤਰ ਬਾਣੀ ਪੜ੍ਹਦੇ ਆ ਗੁਰਮੁਖਾਂ ਕੋਲੋਂ ਕੀਰਤਨ ਵਿਖਿਆਨ ਕਰਦੇ ਆ ਵਿਚਾਰਾਂ ਕਰਦੇ ਆ ਇੱਕ ਨਹੀਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਬੋਲੀਆਂ ਦੇ ਨਾਲ ਜਾਣ ਬੱਚੇ ਸਮਝ ਕੇ ਮਾਫ ਕਰਨਾ ਅੱਗੋਂ ਬਾਅਦ ਦੇ ਸਮਤ ਬਖਸ਼ਿਸ਼ ਕਰਨੀ ਬਾਣੀ ਪੜ੍ਹੀ ਸੁਣੀ ਸੋਧ ਕਰਕੇ ਸੱਚਖੰਡ ਵਿੱਚ ਪ੍ਰਵਾਨ ਕਰਨੀ ਬਾਣੀ ਦਾ ਪ੍ਰਭਾਵ ਨੂੰ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਕਿਰਪਾ ਕਰਨੀ ਮਹਾਰਾਜ ਜੀਓ ਭੋਗ ਦੇ ਸਮੇਂ ਤੇ ਜੋ ਵੀ ਭਾਈ ਨੇ ਦੂਰੋਂ ਨੇੜੇ ਚੱਲ ਕੇ ਆਪ ਜੀਆਂ ਦੇ ਚਰਨ ਪਾਸੇ ਨੇ ਸਭ ਸੰਗਤਾਂ ਦੀਆਂ ਭੇਟਾਵਾਂ ਆਪਣੇ ਪ੍ਰਵਾਨ ਕਰਨੀਆਂ ਸੰਗਤਾਂ ਦਾ ਚੱਲਿਆ ਕਦਮ ਕਦਮ ਦੇਖਦੇ ਚਲਾਉਣਾ ਕਿਰਪਾ ਕਰਨੀ ਮਹਾਰਾਜ ਪਰਿਵਾਰ ਨੇ ਮਾਸਟਰ ਗੁਰਵੇਲ ਸਿੰਘ ਉਹਨਾਂ ਦੀ ਅੰਤਮ ਅਰਦਾਸ ਵੇਲੇ ਜੋ ਵੀ ਤਨ ਕਰਕੇ ਮਨ ਕਰਕੇ ਧਨ ਕਰਕੇ ਸੇਵਾ ਕੀਤੀ ਆ ਸਤਿਗੁਰੂ ਕਿਰਪਾ ਕਰਨੀ ਗੁਰਮਤਿ ਅਨੁਸਾਰ ਪਰਿਵਾਰ ਦੀਆਂ ਅਠੋਂ ਮਨੋਭਾਵਨਾ ਪੂਰੀਆਂ ਕਰਨੀਆਂ ਦੁੱਖਾਂ ਕਲੇਸ਼ਾਂ ਵਿਘਨਾਂ ਦਾ ਨਾਸ਼ ਸੁੱਖਾਂ ਦਾ ਪ੍ਰਕਾਸ਼ ਕਰਨਾ ਸਤਿਗੁਰੂ ਐਸੇ ਵੇਲੇ ਗੁਰਮੁਖ ਪਰਿਵਾਰ ਵੱਲੋਂ ਆਵੇ ਬਖਸ਼ ਪੜਾਇਆਂ ਦੇ ਵਿੱਚੋਂ ਪਵਿੱਤਰ ਕੜਾਹ ਪ੍ਰਸ਼ਾਦ ਜੀ ਕੀ ਦੇਖ ਸਕੇ ਹਾਜ਼ਰ ਹੋਈ ਹੈ ਕਿਰਪਾ ਕਰੋ ਦੇਗਾ ਨੂੰ ਭੋਗ ਲਾਵੋ ਲੱਗਿਆ ਭੋਗ ਸੰਗਤਾਂ ਵਿੱਚ ਵਰਤੇ ਜੋ ਛਕੇ ਸਵਾਸ ਜੀਆਂ ਦਾ ਸਤਿਨਾਮ ਸ੍ਰੀ ਵਾਹਿਗੁਰੂ 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 ਨਾਮ ਦੇ ਕਿਰਪਾ ਕਰੋ ਸਰਵਤਰ ਭੁਲਾ ਮਾਫ ਕਰਦੇ ਹੋਏ ਪਾਵਨ ਪਵਿੱਤਰ ਹੁਕਮਨਾਮਾ ਬਖਸ਼ੇ ਸੰਗਤਾਂ ਕਰਤਾਰ ਕਰੋ ਇਹ ਪੌੜੀਆਂ ਨਾਮ ਸਾਹਿਬ ਜੀ ਕਰਦਾ ਭੁੱਲ ਚੁੱਕ ਤੇਰੇ ਚਰਨਾਂ ਕਮਲਾ ਪਾ ਜੋ ਆਪਦੀ ਸ਼ਰਨ ਵਿੱਚ ਆਵੇ ਰਾਜੀ ਜਾਵੇ ਸੁਖ ਹੋਵੇ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਵਤਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਸਾਹਿਬ ਜੀ
ਲੋਕਾ ਸੁਨੇ ਅਰ ਭੈ ਜਾਕੈ ਕੰਚਨ ਮਾਟੀ ਮਨ ਰਾਮ ਨਹਿ ਚਿੰਤਿਆ ਨ ਮੁਰਤ ਜਾਕੈ ਲੋਭ ਮੋਹ ਅਭਿਮਾਨਾ ਆਰਖ ਸੋਗ ਤੇ ਰਹਿ ਨਿਆਰਿਓ ਨਾਰੇ ਮਾਨ ਅਪਮਾਨਾ ਆਸਾ ਮਨਤਾ ਸਗਲ ਤਿਆਗੈ ਜਗ ਤੇ ਰਹਿ ਨਿਰਾਸਾ ਕਾਮ ਕ੍ਰੋਧ ਜਹ ਪਾਸੈ ਨਾਹਿਨ ਇਹ ਘਟ ਬ੍ਰਹਮ ਨਿਵਾਸਾ ਗੁਰ ਕੇ ਪਾਜੇ ਹਰ ਕੋ ਕੀਤੀ ਤੇ ਇਹ ਜੁਗਤ ਪਛਾਨੀ ਨਾਨਕ ਵੀਰ ਭਇਓ ਗੋਬਿੰਦ ਸਿਓ ਜਿਉ ਪਾਣੀ ਸਰਬ ਪਾਣੀ ਗੁਰ ਕਿਰਪਾ ਜੇ ਦਰ ਕੋ ਕੀਨੀ ਤੇ ਇਹ ਜੁਗਤ ਪਛਾਨੀ ਨਾਨਕ ਵੀਰ ਭਇਓ ਗੋਬਿੰਦ ਸਿਓ ਜਿਉ ਪਾਣੀ ਸਰਬ ਪਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਸਟਰ ਗੁਰਮੇਲ ਸਿੰਘ ਜੀ ਸ਼ੁਰੂ ਤੋਂ ਹੀ ਬਹੁਤ ਸਾਊ ਅਤੇ ਮਲਾਪੜੇ ਸੁਭਾਅ ਦੇ ਮਾਲਕ ਸਨ। ਹਮੇਸ਼ਾ ਖੁਸ਼ ਅਤੇ ਹੱਸਦੇ ਰਹਿੰਦੇ ਸਨ। ਜੇ ਆਪਾਂ ਉਹਨਾਂ ਦੇ ਜੀਵਨ ਦੇ ਝਾਤ ਮਾਰੀਏ ਤਾਂ ਮਾਸਟਰ ਗੁਰਮੇਲ ਸਿੰਘ ਜੀ ਦਾ ਜਨਮ 1948 ਈਸਵੀ ਵਿੱਚ ਹੋਇਆ। ਮਾਸਟਰ ਜੀ ਨੇ ਆਪਣੇ ਪਿਤਾ ਪੁਰਖੀ ਧੰਦੇ ਖੇਤੀਬਾੜੀ ਦੇ ਨਾਲ ਨਾਲ ਪੜ੍ਹਾਈ ਵੀ ਜਾਰੀ ਰੱਖੀ ਅਤੇ ਮਾਸਟਰ ਜੀ ਨੇ ਮੈਟ੍ਰਿਕ ਕਰਨ ਤੋਂ ਬਾਅਦ 1966 ਦੇ ਵਿੱਚ ਸਰਕਾਰੀ ਕਾਲਜ ਨਾਭਾ ਤੋਂ ਡਿਪਲੋਮਾ ਹਾਸਲ ਕਰਿਆ ਅਤੇ 1972 ਦੇ ਵਿੱਚ ਪਿੰਡ ਜਰਗ ਤੋਂ ਸਰਕਾਰੀ ਨੌਕਰੀ ਦੀ ਸ਼ੁਰੂਆਤ ਕੀਤੀ। ਮਾਸਟਰ ਜੀ ਨੇ ਆਪਣੇ ਬੱਚਿਆਂ ਨੂੰ ਸੇਧ ਦੇਣ ਦੇ ਨਾਲ ਨਾਲ ਸਮਾਜ ਦੇ ਬੱਚਿਆਂ ਨੂੰ ਵੀ ਇੱਕ ਸਫਲ ਜੀਵਨ ਜਿਉਣ ਦੀ ਸੇਧ ਦਿੱਤੀ। ਮਾਸਟਰ ਜੀ ਦਾ ਵਿਆਹ 1968 ਈਸਵੀ ਵਿੱਚ ਪਿੰਡ ਜਰਗ ਤੋਂ ਹੀ ਹੋਇਆ। ਪਿੰਡ ਜਰਗ ਦੀ ਮਾਸਟਰ ਗੁਰਮੇਲ ਸਿੰਘ ਜੀ ਦੀ ਬੜੀ ਦੇਣ ਆ। ਮਾਸਟਰ ਨੇ ਸਰਕਾਰੀ ਨੌਕਰੀ ਵੀ ਪਿੰਡ ਜਰਗ ਤੋਂ ਹੀ ਸ਼ੁਰੂ ਕੀਤੀ ਔਰ ਮਾਸਟਰ ਜੀ ਦਾ ਵਿਆਹ ਵੀ ਪਿੰਡ ਜਰਗ ਦੇ ਵਿੱਚ ਹੀ ਸਾਡੀ ਤਾਈ ਸੁਖਵਿੰਦਰ ਕੌਰ ਦੇ ਨਾਲ ਹੋਇਆ। ਮਾਸਟਰ ਜੀ ਦੇ ਵਿਆਹ ਤੋਂ ਬਾਅਦ 3 ਬੱਚੇ ਹੋਏ। ਵੱਡੀ ਬੇਟੀ ਰਾਜਵੰਤ ਕੌਰ ਜੋ ਕਿ ਆਪਣੇ ਸਹੁਰੇ ਘਰ ਖੁਸ਼ ਅਤੇ ਖੁਸ਼ਹਾਲ ਜੀਵਨ ਬਤੀਤ ਕਰ ਰਹੀ ਹੈ ਅਤੇ ਮਾਸਟਰ ਦਾ ਬੇਟਾ ਜਸਵੰਤ ਸਿੰਘ ਜੀ ਬਿੱਲਾ ਜਿਨ੍ਹਾਂ ਨੂੰ ਤੁਸੀਂ ਸਾਰੇ ਜਾਣਦੇ ਹੀ ਹੋ। ਜਸਵੰਤ ਸਿੰਘ ਜੀ ਇੱਕ ਸਫਲ ਜੀਵਨ ਮਾਸਟਰ ਦੀ ਦਿੱਤੀ ਸੇਧ ਨਾਲ ਜੀ ਰਹੇ ਨੇ। ਜਸਵੰਤ ਸਿੰਘ ਜੀ ਦੇ 2 ਬੱਚੇ, ਇੱਕ ਬੇਟਾ ਅਤੇ ਇੱਕ ਬੇਟੀ ਜੋ ਕਿ ਪ੍ਰਭ ਆਪਣੇ ਸਹੁਰਾ ਪਰਿਵਾਰ ਕੈਨੇਡਾ ਦੇ ਵਿੱਚ ਖੁਸ਼ਹਾਲ ਜੀਵਨ ਜਿਉ ਰਹੀ ਹੈ ਅਤੇ ਬੇਟਾ ਪੜ੍ਹਾਈ ਕਰ ਰਿਹਾ ਹੈ। ਮਾਸਟਰ ਦੀ ਛੋਟੀ ਬੇਟੀ ਪਰਮਜੀਤ ਕੌਰ ਜੋ ਕਿ ਅਮਰੀਕਾ ਦੇ ਵਿੱਚ ਇੱਕ ਸਫਲ ਜੀਵਨ ਜਿਉ ਰਹੇ ਹਨ। ਮਾਸਟਰ ਜੀ ਨੇ 2006 ਦੇ ਵਿੱਚ ਰਿਟਾਇਰਮੈਂਟ ਲਈ ਅਤੇ ਰਿਟਾਇਰਮੈਂਟ ਤੋਂ ਬਾਅਦ ਜ਼ਿਆਦਾ ਸਮਾਂ ਆਪਣੀ ਅਮਰੀਕਾ ਵਿੱਚ ਰਹਿੰਦੀ ਬੇਟੀ ਦੇ ਕੋਲ ਹੀ ਬਿਤਾਇਆ ਤੇ ਆਖਰੀ ਸਮੇਂ ਵੀ ਉਹ ਆਪਣੀ ਬੇਟੀ ਦੇ ਕੋਲ ਹੀ ਅਮਰੀਕਾ ਦੇ ਵਿੱਚ ਸਨ। ਮਾਸਟਰ ਜੀ ਨੇ ਪੂਰੇ ਪਰਿਵਾਰ ਨੂੰ ਇੱਕ ਸਫਲਤਾਪੂਰਵਕ ਜੀਵਨ ਜਿਉਣ ਦੀ ਸੇਧ ਦਿੱਤੀ ਅਤੇ ਪਰਿਵਾਰ ਸਾਰਾ ਹੀ ਪਰਿਵਾਰ ਸਫਲਤਾਪੂਰਵਕ ਇੱਕ ਵਿਕਸਿਤ ਪਰਿਵਾਰ ਵਜੋਂ ਜੀ ਰਿਹਾ ਹੈ ਅਤੇ ਆਈ ਹੋਈ ਸਮੂਹ ਸੰਗਤ ਸਾਡੇ ਹਲਕੇ ਦੇ ਪੰਤੇ ਪਰਵੰਤੇ ਪੰਚ ਸਰਪੰਚ ਸਾਰਿਆਂ ਦਾ ਪਰਿਵਾਰ ਵੱਲੋਂ ਧੰਨਵਾਦ ਕੀਤਾ ਜਾਂਦਾ ਹੈ ਅਤੇ ਅਸੀਂ ਹਲਕੇ ਦੇ ਐਮਐਲਏ ਸਰਦਾਰ ਲਖਬੀਰ ਸਿੰਘ ਲੱਖਾ ਜੀ ਦਾ ਸਪੈਸ਼ਲ ਵਿਸ਼ੇਸ਼ ਧੰਨਵਾਦ ਕਰਦੇ ਹਾਂ ਅਤੇ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਕਿ 2 ਮਿੰਟ ਲਈ ਸ਼ਰਧਾ ਅਤੇ ਸਤਿਕਾਰ ਮਾਸਟਰ ਗੁਰਮੇਲ ਸਿੰਘ ਜੀ ਨੂੰ ਭੇਟ ਕਰ। ਮਾਸਟਰ ਜੀ ਦੇ ਬਾਰੇ ਪਰਿਵਾਰ ਬਾਰੇ ਸਰਦਾਰ ਗੁਰਜੀਤ ਸਿੰਘ ਜੀ ਨੇ ਬੜੇ ਵਿਸਤਾਰਪੂਰਵਕ ਦੱਸਿਆ। ਮੇਰਾ ਵੀ ਇਹਨਾਂ ਨਾਲ ਬੜਾ ਪੁਰਾਣਾ ਰਿਸ਼ਤਾ, ਜਦੋਂ ਅਸੀਂ 9ਵੀਂ 10ਵੀਂ ਪੜ੍ਹਦੇ ਹੁੰਦੇ ਸੀ ਮਾਸਟਰ ਜੀ ਸਾਨੂੰ ਡਰਾਇੰਗ ਦੇ ਟੀਚਰ ਹੁੰਦੇ ਸੀ। ਇੱਥੋਂ ਜਾਣਾ ਇਹਨਾਂ ਨੇ ਸਾਨੂੰ ਡਰਾਇੰਗ ਵੀ ਕਰਾਉਣੀ ਤੇ ਨਾਲ ਫੁੱਟਬਾਲ ਦੇ ਸ਼ੌਕੀਨ ਵੀ ਤੇ ਉੱਥੇ ਖਿਡਾਉਂਦੇ ਵੀ ਹੁੰਦੇ ਸੀ ਗਰਾਊਂਡ 'ਚ। ਸੋ ਮਾਸਟਰ ਜੀ ਦਾ ਬੇਟਾ ਜਸਵੰਤ ਸਿੰਘ ਉਹ ਵੀ ਸਾਡੇ ਨਾਲ ਪੜ੍ਹਦਾ ਹੁੰਦਾ ਸੀ ਤੇ ਮਾਸਟਰ ਜੀ ਦੇ ਪੋਤੀ ਜਿਹੜੀ ਸਿਆੜ ਮੈਰਿਡ ਆ ਉਹ ਵੀ ਸਾਡਾ ਆਪਣਾ ਪਰਿਵਾਰ ਆ। ਸਰਦਾਰ ਭਗਵੰਤ ਸਿੰਘ ਕੈਨੇਡਾ 'ਚ ਨੇ, ਉਹਨਾਂ ਦੀ ਨੂੰਹ ਆ,
ਉਹ ਵੀ ਸਾਡਾ ਆਪਣਾ ਪਰਿਵਾਰ ਆ, ਕਾਂਗਰਸ ਫੈਮਿਲੀ ਆ। ਇਹ ਵੀ ਜਿਸ ਤਰ੍ਹਾਂ ਗੁਰਜੀਤ ਸਿੰਘ ਨੇ ਦੱਸਿਆ ਵੀ ਜਿਹੜੇ ਵਿਕਸਿਤ ਪਰਿਵਾਰ ਦੀ ਗੱਲ, ਉਹਨਾਂ ਦੀ ਨੀਂਹ ਆ ਜਿਹੜੀ ਉਹਨਾਂ ਦੇ ਬਜ਼ੁਰਗ ਰੱਖਦੇ ਹੁੰਦੇ ਨੇ। ਜਿਸ ਤਰ੍ਹਾਂ ਉਸ ਸਮੇਂ ਘੱਟ ਪੜ੍ਹ ਲਿਖਦੇ ਸੀ ਲੋਕ, ਮਾਸਟਰ ਜੀ ਪੜ੍ਹੇ 1972 ਚ ਟੀਚਰ ਲੱਗੇ, ਉਹਨਾਂ ਦਾ ਬੇਟਾ ਪੜ੍ਹਿਆ ਬਾਹਰ ਗਏ। ਸੋ ਇਸ ਤਰ੍ਹਾਂ ਪਰਿਵਾਰ ਜਿਹੜੇ ਨੇ ਜਿਨ੍ਹਾਂ ਦੇ ਘਰ 'ਚ ਪੜ੍ਹਾਈ ਆ ਜਾਂਦੀ ਆ, ਖੇਤੀਬਾੜੀ ਦੇ ਧੰਦੇ ਦੇ ਨਾਲ ਜਾਂ ਹੋਰ ਸਹਾਇਕ ਧੰਦਿਆਂ ਦੇ ਨਾਲ ਪੜ੍ਹਾਈ ਬੜੀ ਜ਼ਰੂਰੀ ਆ, ਉਹਦੇ ਨਾਲ ਹੀ ਉਹ ਵਿਦੇਸ਼ਾਂ ਜਾ ਸਕੇ ਤੇ ਆਪਣਾ ਜੀਵਨ ਆ ਜਿਹੜਾ ਉਹਨਾਂ ਨੇ ਸਫਲ ਕੀਤਾ ਤੇ ਚੰਗੀ ਜ਼ਿੰਦਗੀ ਬਤੀਤ ਕਰਕੇ ਗਏ। ਪਿੱਛੇ ਮਾਸਟਰ ਜੀ ਦਾ ਬੇਟਾ ਜਸਵੰਤ ਸਿੰਘ ਸਾਡੇ ਨਾਲ ਬੜਾ ਭਾਈਆਂ ਦੀ ਤਰ੍ਹਾਂ ਵਿਚਰ ਰਹੇ ਨੇ ਤੇ ਇਸ ਨਗਰ 'ਚ ਵੀ ਕਾਂਗਰਸ ਪਾਰਟੀ ਦਾ ਝੰਡਾ ਬੁਲੰਦ ਕਰਦੇ ਨੇ। ਸੋ ਅੱਜ ਆਪਾਂ ਸਾਰੇ ਮਾਸਟਰ ਜੀ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਨ ਲਈ ਆਏ। ਗੁਰੂ ਮਹਾਰਾਜ ਅੱਗੇ ਅਰਦਾਸ ਬੇਨਤੀ ਜੋਦਰੀ ਕਰਦੇ ਆ, ਪ੍ਰਮਾਤਮਾ ਮਾਸਟਰ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਸਥਾਨ ਬਖਸ਼ਣ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਿਵਾਰ ਵੱਲੋਂ ਪਿੰਡ ਦੇ ਕੁਝ ਸਥਾਨਾਂ ਵਾਸਤੇ ਮਾਇਆ ਭੇਟ ਕੀਤੀ ਗਈ ਹੈ। ਸੋ ਸੰਬੰਧਿਤ ਕਮੇਟੀਆਂ ਦੇ ਪ੍ਰਧਾਨ ਉਹ ਰਿਸੀਵ ਕਰ ਲੈਣ। ਗੁਰਦੁਆਰਾ ਸਾਹਿਬ ਵਾਸਤੇ, ਬਾਬੇ ਸ਼ਹੀਦ ਵਾਸਤੇ, ਸੰਤ ਆਸ਼ਰਮ ਲੋਕੋ ਵਾਸਤੇ, ਸਰਕਾਰੀ ਪ੍ਰਾਇਮਰੀ ਸਕੂਲ ਕਰੌਦੀਆਂ ਵਾਸਤੇ, ਧਰਮਸ਼ਾਲਾ ਕਲੋਨੀਆਂ ਵਾਸਤੇ, ਧਰਮਸ਼ਾਲਾ ਪਿੰਡ ਕਰੌਦੀਆਂ ਵਾਸਤੇ, ਭੂਆ ਸਦੀ ਵਾਸਤੇ ਅਤੇ ਦੁਬਾਰਾ ਤੋਂ ਆਈ ਸਮੂਹ ਸਾਧ ਸੰਗਤ ਦਾ ਬਹੁਤ ਬਹੁਤ ਕੋਟ ਧੰਨਵਾਦ। ਅਤੇ ਸਾਰਿਆਂ ਨੂੰ ਬੇਨਤੀ ਹੈ ਕਿ ਜਿਨ੍ਹਾਂ ਨੇ ਪ੍ਰਸ਼ਾਦਾ ਨਹੀਂ ਛਕਿਆ ਉਹ ਪ੍ਰਸ਼ਾਦਾ ਛਕ ਕੇ ਜਾਣ ਅਤੇ ਚਾਹ ਦਾ ਲੰਗਰ ਸਾਰਿਆਂ ਨੇ ਛਕ ਕੇ ਜਾਣਾ। ਜੇ ਮੈਂ ਇਕੱਲੇ ਦਾ ਨਾਮ ਲੈਣ ਲੱਗ ਜਾਵਾਂ ਤਾਂ ਲਿਸਟ ਬਹੁਤ ਲੰਬੀ ਹੋ ਜਾਊਗੀ, ਪਰ ਆਈ ਸਮੂਹ ਸਾਧ ਸੰਗਤ ਦਾ ਅਤੇ ਸਾਰੇ ਪੰਚਾਂ ਸਰਪੰਚਾਂ ਦਾ, ਅਹੁਦੇਦਾਰ ਸਾਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ